हाई एवरीवन सत श्रीकाल जी सारिਆਂ ਨੂੰ ਵੈਲਕਮ ਹੈ ਜੀ ਤੁਹਾਡਾ ਇਸ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਐਸਐਸਸੀ ਚੰਡੀਗੜ੍ਹ ਦੇ ਵਿੱਚ ਜੋ ਟੀਜੀਟੀ ਦੀਆਂ ਪੋਸਟ ਆਈਆਂ ਨੇ ਉਹਨਾਂ ਦੇ ਸਿਲੇਬਸ ਬਾਰੇ। ਜੋ ਐਸਐਸਟੀ ਸੋਸ਼ਲ ਸਾਇੰਸ ਦੇ ਟੀਚਰਸ ਨੇ ਉਹਨਾਂ ਦੇ ਐਗਜ਼ਾਮ ਦਾ ਸਿਲੇਬਸ ਕੀ ਹੋਏਗਾ ਉਸ ਬਾਰੇ ਡਿਸਕਸ ਕਰਾਂਗੇ। ਵੈਸੇ ऑफिशियली ਹਲੇ ਬੋਰਡ ਵੱਲੋਂ ਕੋਈ ਵੀ ਸਿਲੇਬਸ ਜੋ ਹੈ ਅਪਲੋਡ ਨਹੀਂ ਕੀਤਾ ਗਿਆ। ਸਬਜੈਕਟ ਸਪੈਸੀਫਿਕ ਜੋ ਸਿਲੇਬਸ ਹੈ ਉਹ ਨਹੀਂ ਦੱਸਿਆ ਗਿਆ, ਬਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ KVS ਦਾ ਜਾਂ ਫਿਰ ਜੋ ਪੰਜਾਬ ਦੇ ਵਿੱਚ ਮਾਸਟਰ ਕੈਡਰ ਦਾ ਸਿਲੇਬਸ ਹੁੰਦਾ ਹੈ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ, ਕਿਉਂਕਿ SST ਦਾ ਸਿਲੇਬਸ ਆਲਮੋਸਟ ਸੇਮ ਹੁੰਦਾ ਹੈ ਕੋਈ ਵੀ ਪੋਸਟ ਆਵੇ। ਸੋ ਉਹੀ ਆਪਾਂ ਜੋ ਹੈ ਉਹਨੂੰ ਫੋਲੋ ਕਰਕੇ ਚੱਲਾਂਗੇ ਤਾਂ ਤੁਹਾਡੇ ਜੋ ਪ੍ਰਿਪਰੇਸ਼ਨ ਦੇ ਵਿੱਚ ਹੈ ਉਨੀ ਦੇਰ ਲਈ ਕਾफ़ੀ ਯੂਜ਼ਫੁਲ ਹੋਏਗਾ। ਸੋ ਸਟਾਰਟ ਕਰਦੇ ਹਾਂ। ਫਸਟ ਆਫ ਆਲ ਲੈਟ ਅਸ ਚੈੱਕ ਕਿ ਇਹਦਾ ਜੋ ਪੈਟਰਨ ਹੋਏਗਾ ਐਗਜ਼ਾਮ ਦਾ ਰਿਟਨ ਟੈਸਟ ਹੋਏਗਾ ਜੀ। ਇਹਦਾ ਮਲਟੀਪਲ ਚੋਇਸ ਕੁਐਸਚਨਸ ਆਉਣਗੇ। ਟੋਟਲ ਨੰਬਰ ਆਫ ਕੁਐਸਚਨਸ ਵਿਲ ਬੀ 150 ਐਂਡ ਟੋਟਲ ਮਾਰਕਸ ਵਿਲ ਬੀ 150 ਅਤੇ ਟਾਈਮ ਜੋ ਹੈ ਤੁਹਾਨੂੰ ਦਿੱਤਾ ਜਾਏਗਾ 2 hours and 30 minutes, ਜਿਹਦੇ ਵਿੱਚ ਕਿ ਜਨਰਲ ਅਵੇਅਰਨੈਸ ਦੀ ਰੀਜ਼ਨਿੰਗ ਦੇ 15 ਕੁਐਸਚਨਸ ਹੋਣਗੇ, ICT ਦੇ 15 ਕੁਐਸਚਨਸ, ਅਰਥਮੈਟੀਕਲ ਐਂਡ ਨੁਮੈਰੀਕਲ ਐਬਿਲਿਟੀ ਦੇ 15 ਕੁਐਸਚਨਸ ਐਂਡ ਹਿੰਦੀ ਇੰਗਲਿਸ਼ ਦੇ 30 ਕੁਐਸਚਨਸ ਅਤੇ ਕੁਐਸਚਨਸ ਰਿਲੇਟਿੰਗ ਟੂ ਸਪੈਸੀਫਿਕ ਸਬਜੈਕਟ ਯਾਨੀ ਕਿ ਰਿਲੇਟਿੰਗ ਟੂ ਪੋਸਟ ਵਿਲ ਬੀ 75 ਕੁਐਸਚਨਸ। ਸੋ 50% ਜੋ ਹੈ ਤੁਹਾਡਾ ਸਬਜੈਕਟ ਦੇ ਵਿੱਚੋਂ ਕਵਰ ਹੋਏਗਾ ਅਤੇ ਇਹਦੇ ਵਾਸਤੇ ਤੁਹਾਨੂੰ ਮਿਨੀਮਮ ਕੁਆਲੀਫਾਈਂਗ ਮਾਰਕਸ ਜੋ ਹੈ ਲੈਣੇ ਪੈਣਗੇ, ਦੈਟ ਵਿਲ ਬੀ 40% ਅਤੇ ਨੈਗੇਟਿਵ ਮਾਰਕਿੰਗ ਜੋ ਹੈ 0.25 ਦੀ ਹੋਏਗੀ। ਸੋ ਹੁਣ ਡਿਸਕਸ ਕਰਦੇ ਹਾਂ ਜੀ ਸਬਜੈਕਟ ਸਪੈਸੀਫਿਕ ਸਿਲੇਬਸ। ਸੋ ਤੁਹਾਡਾ ਜੋ ਡਿਫਿਕਲਟੀ ਲੈਵਲ ਹੈ ਉਸ ਪੇਪਰ ਦਾ ਗ੍ਰੈਜੂਏਸ਼ਨ ਦਾ ਹੋਏਗਾ। ਸੋ ਉਸ ਦੇ ਅਕੋਰਡਿੰਗ ਤੁਸੀਂ ਰੀਡ ਕਰਨਾ ਹੈ। ਸਭ ਤੋਂ ਪਹਿਲਾਂ ਜੋ ਹੈ ਟੌਪਿਕਸ ਰਿਲੇਟਡ ਟੂ ਸਿਵਿਕਸ ਪੋਰਸ਼ਨ ਦੇ ਵਿੱਚ ਤੁਹਾਡਾ ਆ ਜਾਏਗਾ ਜੀ ਸੈਂਟਰਲ ਗਵਰਨਮੈਂਟ, ਜਿਹਦੇ ਵਿੱਚ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਰਾਜ ਸਭਾ ਆਏਗਾ। ਨੈਕਸਟ ਹੈ ਪ੍ਰੈਜ਼ੀਡੈਂਟ ਆਫ ਇੰਡੀਆ, ਜਿਹਦੇ ਵਿੱਚ ਅਪੋਇੰਟਮੈਂਟ, ਫੰਕਸ਼ਨਸ, ਐਮਰਜੈਂਸੀ ਪਾਵਰਸ ਐਟ ਬੇਸਿਕ ਲੈਵਲ। ਥਰਡ ਹੈ ਜੀ ਪ੍ਰਾਈਮ ਮਿਨਿਸਟਰ ਐਂਡ ਕਾਊਂਸਿਲਸ ਆਫ ਮਿਨਿਸਟਰਸ, ਅਪੋਇੰਟਮੈਂਟ, ਫੰਕਸ਼ਨ ਐਟ ਬੇਸਿਕ ਲੈਵਲ ਓਨਲੀ। ਉਸ ਤੋਂ ਬਾਅਦ ਹੈ ਜੀ ਸਟੇਟ ਲੈਵਲ ਗਵਰਨਮੈਂਟ, ਜਿਹਦੇ ਵਿੱਚ ਕਿ ਗਵਰਨਰ ਆਫ ਸਟੇਟ ਐਂਡ ਹਿਜ਼ ਅਪੋਇੰਟਮੈਂਟ। ਉਸ ਤੋਂ ਬਾਅਦ ਹੈ CMs ਆਫ ਸਟੇਟ, ਅਪੋਇੰਟਮੈਂਟ, ਫੰਕਸ਼ਨਸ ਆਫ ਚੀਫ ਮਿਨਿਸਟਰ। ਨੈਕਸਟ ਹੈ ਜੀ ਫੋਰਨ ਪੋਲਿਸੀ, ਜਿਹਦੇ ਵਿੱਚ ਕਿ NAM ਯਾਨੀ ਕਿ ਨਾਨ ਅਲਾਈਨ ਮੂਵਮੈਂਟ ਐਟ ਬੇਸਿਕ ਲੈਵਲ, ਪੰਚਸ਼ੀਲ, ਡਿਸਆਰਮਾਮੈਂਟ, UNO ਐਂਡ SAARC। ਉਸ ਤੋਂ ਬਾਅਦ ਹੈ ਜੀ ਸਿਟੀਜ਼ਨਸ਼ਿਪ ਦੇ ਵਿੱਚ ਤੁਹਾਡਾ ਮੀਨਿੰਗ, ਬੇਸਿਕ ਪ੍ਰਿੰਸੀਪਲਸ ਐਂਡ ਹਾਊ ਟੂ ਅਡੋਪਟ ਔਰ ਲੂਜ਼ ਰਾਜਕ੍ਰਿਤ ਸਿਟੀਜ਼ਨਸ਼ਿਪ। ਨੈਕਸਟ ਹੈ ਜੀ ਆਰਗਨਸ ਆਫ ਗਵਰਨਮੈਂਟ, ਜਿਹਦੇ ਵਿੱਚ ਕਿ ਤੁਹਾਡਾ ਲੈਜਿਸਲੇਚਰ, ਐਗਜ਼ੀਕਿਊਟਿਵ ਐਂਡ ਜੁਡੀਸ਼ਰੀ। ਉਸ ਤੋਂ ਬਾਅਦ ਹੈ ਕੋਰਟਸ, ਸੁਪਰੀਮ ਕੋਰਟ, ਫੰਕਸ਼ਨਸ ਐਂਡ ਜੂਰਿਸਡਿਕਸ਼ਨ, ਅਪੋਇੰਟਮੈਂਟ, ਰਿਮੂਵਲ, ਸੈਲਰੀਜ਼, ਕੰਪੋਜੀਸ਼ਨਸ ਆਫ ਜੱਜਿਸ, ਪਾਵਰ ਆਫ ਜੁਡੀਸ਼ੀਅਲ ਰਿਵਿਊ। ਉਸ ਤੋਂ ਬਾਅਦ ਹੈ ਜੀ ਤੁਹਾਡਾ ਹਾਈ ਕੋਰਟ ਦੇ ਵਿੱਚ ਕੰਪੋਜੀਸ਼ਨ, ਅਪੋਇੰਟਮੈਂਟ ਐਂਡ ਫੰਕਸ਼ਨ ਐਂਡ ਜੂਰਿਸਡਿਕਸ਼ਨ ਆਫ ਹਾਈ ਕੋਰਟ, ਲੋਕਲ ਕੋਰਟਸ, FIR ਐਂਡ ਰਿਟਸ। Fundamental rights, Article 14 to 32 related to fundamental rights in detail, right to education and right to information and right to privacy you have to include in this. ਉਸ ਤੋਂ ਬਾਅਦ ਹੈ ਜੀ fundamental duties at some extent. Next is United Nations Organization, organs of UNO, agencies of UNO, India's role in UNO, important recent works at UNO level. ਇੰਡੀਅਨ ਫੈਡਰਲ ਸਿਸਟਮ ਦੇ ਵਿੱਚ ਤੁਸੀਂ ਕਰਨਾ ਹੈ ਜੀ ਫੀਚਰਸ ਆਫ ਇੰਡੀਅਨ ਫੈਡਰਲ ਸਟਰਕਚਰ, ਫੀਚਰਸ ਆਫ ਇੰਡੀਅਨ ਯੂਨਿਟੀ ਸਟਰਕਚਰ, ਸੈਂਟਰਲ ਸਟੇਟ ਰਿਲੇਸ਼ਨਸ, ਲੈਜਿਸਲੇਟਿਵ, ਫਾਈਨੈਂਸ਼ੀਅਲ ਐਂਡ ਐਡਮਿਨਿਸਟ੍ਰੇਟਿਵ ਰਿਲੇਸ਼ਨਸ। ਉਸ ਤੋਂ ਬਾਅਦ ਆਏਗਾ ਜੀ ਤੁਹਾਡਾ ਇਲੈਕਸ਼ਨ ਪ੍ਰੋਸੀਜਰ, ਜਿਹਦੇ ਵਿੱਚ ਕਿ ਮੀਨਿੰਗ, ਇਲੈਕਸ਼ਨ ਪ੍ਰੋਸੈਸ, ਫੈਕਟਰਸ ਇਨਫਲੂਐਂਸਿੰਗ ਇਲੈਕਸ਼ਨ ਬਿਹੇਵੀਅਰ ਇਨ ਇੰਡੀਆ ਔਰ ਇਨ ਅਦਰ ਕੰਟਰੀਜ਼, ਇਲੈਕਸ਼ਨ ਕਮਿਸ਼ਨ, ਜਿਵੇਂ ਹੁਣ ਇਲੈਕਸ਼ਨਸ ਹੋਣ ਵੀ ਜਾ ਰਹੇ ਨੇ ਇੰਡੀਆ ਦੇ ਵਿੱਚ। ਸੋ ਕੁਆਇਟ ਇੰਪੋਰਟੈਂਟ ਹੈ ਇਹ ਟੌਪਿਕ ਤੁਹਾਡਾ, ਇਹਨੂੰ ਜ਼ਰੂਰ ਕਰਕੇ ਜਾਣਾ ਹੈ। ਜੋ ਇੰਪੋਰਟੈਂਟ ਪਾਰਟੀਜ਼ ਨੇ, ਪੋਲੀਟੀਕਲ ਪਾਰਟੀਜ਼ ਇਨ ਇੰਡੀਆ, ਉਹਨਾਂ ਬਾਰੇ ਜ਼ਰੂਰ ਰੀਡ ਕਰ ਲਿਓ। ਨੈਕਸਟ ਹੈ ਜੀ ਕੰਸਟੀਟਿਊਸ਼ਨ ਇਨ ਡਿਟੇਲ, ਫੀਚਰਸ ਆਫ ਕੰਸਟੀਟਿਊਸ਼ਨ, ਪ੍ਰੀਐਂਬਲ ਆਫ ਕੰਸਟੀਟਿਊਸ਼ਨ। ਨੈਕਸਟ ਹੈ ਜੀ ਕੰਸੈਪਟਸ, ਜਿਹਦੇ ਵਿੱਚ ਕਿ ਲਾਅ, ਲਿਬਰਟੀ, ਜਸਟਿਸ, ਇਕੁਐਲਿਟੀ, ਇਹਨਾਂ ਦੇ ਮੀਨਿੰਗ। ਨੈਕਸਟ ਹੈ ਜੀ ਪਾਰਟੀ ਸਿਸਟਮ ਇਨ ਇੰਡੀਆ, ਫੀਚਰਸ ਆਫ ਇੰਡੀਅਨ ਪਾਰਟੀ ਸਿਸਟਮ, ਨੈਸ਼ਨਲ ਪੋਲੀਟੀਕਲ ਪਾਰਟੀਜ਼, ਰੀਜਨਲ ਪਾਰਟੀਜ਼ ਆਫ ਯੋਰ ਸਟੇਟ, ਔਰਿਜਨ, ਪਰਫੋਰਮੈਂਸ ਲੈਵਲ, ਇਲੈਕਸ਼ਨ ਮੈਨੀਫੈਸਟੋ, ਪ੍ਰਿੰਸੀਪਲਸ। ਇਹ ਵੀ ਤੁਹਾਡਾ ਟੌਪਿਕ ਜੋ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਹੈ ਜੀ ਡੈਮੋਕ੍ਰੇਸੀ ਐਟ ਰੂਰਲ ਐਂਡ ਅਰਬਨ ਲੈਵਲ, ਪੰਚਾਇਤੀ ਰਾਜ ਆਰਗੇਨਾਈਜੇਸ਼ਨਸ, ਫੰਕਸ਼ਨਸ, ਕੰਪੋਜੀਸ਼ਨ, ਅਰਬਨ ਡੈਮੋਕ੍ਰੇਸੀ, ਮਿਊਨਿਸਪੈਲਿਟੀਜ਼ ਐਟ ਡਿਫਰੈਂਟ ਲੈਵਲ। ਉਸ ਤੋਂ ਬਾਅਦ ਹੈ ਜੀ ਤੁਹਾਡਾ ਥੇਰੀਜ਼ ਦੇ ਵਿੱਚ ਲਿਬਰਲਿਜ਼ਮ, ਮਾਰਕਸਿਜ਼ਮ, ਗਾਂਧੀਜ਼ਮ, ਇਹ ਤਿੰਨੋਂ ਜੋ ਹੈ ਇਹ ਵੀ ਇੰਪੋਰਟੈਂਟ ਹੈ। ਨੈਕਸਟ ਹੈ ਜੀ ਜਿਓਗ੍ਰਾਫੀ ਦੇ ਵਿੱਚ ਤੁਸੀਂ ਫਿਜ਼ੀਕਲ ਜਿਓਗ੍ਰਾਫੀ ਦੇ ਵਿੱਚ ਨੇਚਰ ਐਂਡ ਸਕੋਪ ਆਫ ਜਿਓਗ੍ਰਾਫੀ, ਦ ਅਰਥ ਐਂਡ ਇਟਸ ਓਰੀਜਨ, ਜਿਹਦੇ ਵਿੱਚ ਕਿ ਯੂਨੀਵਰਸ, ਸੋਲਰ ਸਿਸਟਮ, ਅਰਥਸ ਓਰੀਜਨ, ਸ਼ੇਪ ਐਂਡ ਸਾਈਜ਼, ਰੋਟੇਸ਼ਨ, ਰੈਵੋਲੂਸ਼ਨ, ਕੰਪੋਜੀਸ਼ਨ ਐਂਡ ਸਟਰਕਚਰ, ਇਹ ਤੁਹਾਡਾ ਕਵਰ ਹੋ ਜਾਏਗਾ ਜੀ ਕਲਾਸ 6th ਦੇ ਵਿੱਚ NCERT ਦੇ ਵਿੱਚ।
ਨੈਕਸਟ ਹੈ ਐਟਮੋਸਫੇਅਰ ਦੀ ਵੀ ਕੰਪੋਜੀਸ਼ਨ ਤੇ ਸਟਰਕਚਰ, ਲਿਥੋਸਫੇਅਰ, ਹਾਈਡਰੋਸਫੇਅਰ, ਜਿਹਦੇ ਵਿੱਚ ਕਿ ਤੁਹਾਡਾ ਲੈਂਡ ਫਾਰਮਸ, ਜਿਓਮੋਰਫਿਕ ਪ੍ਰੋਸੈਸ, ਅਰਥਕੁਏਕਸ, ਵੋਲਕੈਨਿਕ ਐਕਟੀਵਿਟੀ, ਕੌਨਫਿਗਰੇਸ਼ਨ ਆਫ ਓਸ਼ਨ ਫਲੋਰਸ, ਟੈਂਪਰੇਚਰ, ਮੂਵਮੈਂਟ ਆਫ ਓਸ਼ਨ ਵਾਟਰ, ਵੇਵਸ, ਕਰੰਟਸ ਐਂਡ ਟਾਈਡਸ। ਉਸ ਤੋਂ ਬਾਅਦ ਹੈ ਜੀ ਜਿਓਗ੍ਰਾਫੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ, ਬਿਕੋਜ਼ ਇਹ ਮਾਸਟਰ ਕੈਡਰ ਪੰਜਾਬ ਦਾ ਸਿਲੇਬਸ ਹੈ, ਦੈਟਸ ਵਾਈ ਇਹਨਾਂ ਨੇ ਪੰਜਾਬ ਲਿਖਿਆ ਹੋਇਆ, ਤੁਸੀਂ ਇੰਡੀਆ 'ਤੇ ਹੀ ਫੋਕਸ ਕਰਨਾ ਹੈ। ਨੈਕਸਟ ਹੈ ਜੀ ਇੰਡੀਆ ਐਂਡ ਪੰਜਾਬ, ਰਿਸੋਰਸਿਸ ਐਂਡ ਇਨਵਾਇਰਮੈਂਟ ਦੇ ਵਿੱਚ ਮੀਨਿੰਗ, ਨੇਚਰ, ਕੰਪੋਨੈਂਟਸ ਆਫ ਇਨਵਾਇਰਮੈਂਟ, ਰਿਸੋਰਸਿਸ, ਫੋਰੈਸਟ ਦੇ ਵਿੱਚ ਸਾਰੀਆਂ ਟਾਈਪਸ ਕਰਨੀਆਂ ਨੇ, ਡਿਸਟਰੀਬਿਊਸ਼ਨ ਕਰਨਾ ਹੈ, ਮੇਜਰ ਸੋਇਲਸ ਕਰਨੀਆਂ ਨੇ ਇੰਡੀਆ ਦੀਆਂ, ਫਿਸ਼ਰੀਜ਼, ਮਿਨਰਲਸ, ਐਗਰੀਕਲਚਰ, ਇੰਡਸਟਰੀਜ਼, ਪੋਪੂਲੇਸ਼ਨ ਅਕੋਰਡਿੰਗ ਟੂ ਸੈਂਸਸ 2011। ਇਨਵਾਇਰਨਮੈਂਟ, ਜਿਹਦੇ ਵਿੱਚ ਕਿ ਨੈਚੁਰਲ ਅਤੇ ਮੈਨ-ਮੇਡ ਇਨਵਾਇਰਮੈਂਟ ਰਿਲੇਸ਼ਨਸ਼ਿਪਸ, ਡਿਟਰਮਿਨਿਜ਼ਮ, ਪੋਸੀਬਿਲਿਜ਼ਮ, ਬਾਇਓਡਾਇਵਰਸਿਟੀ, ਇਨਵਾਇਰਨਮੈਂਟਲ ਇਸ਼ੂਜ਼ ਯਾਨੀ ਕਿ ਪੋਲਿਊਸ਼ਨ, ਪੋਪੂਲੇਸ਼ਨ ਐਕਸਪਲੋਜਨ, ਫੂਡ ਸਿਕਿਉਰਿਟੀ, ਡਿਫੋਰੈਸਟੇਸ਼ਨ, ਕੰਜ਼ਰਵੇਸ਼ਨ ਆਫ ਵਾਈਲਡ ਲਾਈਫ। ਉਸ ਤੋਂ ਬਾਅਦ ਹੈ ਜੀ ਇਕਨੋਮਿਕਸ ਦਾ, ਇਕਨੋਮਿਕਸ ਦੇ ਵਿੱਚ ਤੁਸੀਂ ਕਵਰ ਕਰਨੇ ਨੇ ਜੋ ਬੇਸਿਕਲੀ +1 +2 ਦੇ ਟੌਪਿਕਸ ਹੁੰਦੇ ਨੇ, ਕੰਜ਼ਿਊਮਰ ਇਕੁਲਿਬਰੀਅਮ, ਡਿਮਾਂਡ, ਮਾਰਕੀਟ ਡਿਮਾਂਡ, ਡਿਟਰਮੀਨੈਂਟ ਕਰਵਸ, national income and related aggregate, determination of income and employment, balance of trade, micro and macro, producer behavior, forms of market, यानी कि जो बेसिक इकनॉमिक्स है वो थानू आनी चाहिए है। प्राइस डिटर्मिनेशन, मनी एंड बैंकिंग, गवर्नमेंट बजट एंड इकोनॉमी, डिटर्मिनेशन ऑफ इनकम एंड एम्प्लॉयमेंट, नेशनल इनकम एंड रिलेटेड एग्रीगेट कंसेप्ट ऑफ GDP, GNP, NDP, NNP, टाइप्स ऑफ इकनॉमिक्स, इंफ्रास्ट्रक्चर ऑफ इकोनॉमी, इंडियन इकोनॉमी, इकनॉमिक प्लैनिंग इन इंडिया। नैक्सट है जी हिस्टरी, हिस्टरी ਦੇ ਵਿੱਚ ਪੰਜਾਬ ਦੀ ਹਿਸਟਰੀ ਆਪਾਂ ਇੱਥੇ ਸਕਿਪ ਕਰਾਂਗੇ ਤੇ ਹਿਸਟਰੀ ਆਫ ਇੰਡੀਆ ਜੋ ਹੈ ਉਹ ਤੁਸੀਂ ਕਰਨੀ ਹੈ। ਇਸ ਦੇ ਵਿੱਚ ਹੜੱਪਨ ਸਿਵਲਾਈਜੇਸ਼ਨ, ਰਿਗਵੈਦਿਕ ਸਿਵਲਾਈਜੇਸ਼ਨ, ਜੈਨਿਜ਼ਮ ਐਂਡ ਬੁੱਧਿਜ਼ਮ, ਏਜ ਆਫ ਮੌਰਿਆਸ, ਗੁਪਤ ਐम्पायर अंडर समुद्रगुप्त एंड चंद्रगुप्त II, हर्षवर्धन कैंपेन्स एंड पॉलिटिकल रिलेशंस, न्यू किंग्स एंड किंगडम्स, Delhi Sultanate, the creation of an empire, establishment of the power of East India Company, the revolt of 1857, most important, education under British rule, national movement 1885 to 1947. Next is world history. World history ਦੇ ਵਿੱਚ beginning of modern age, renaissance and reformation, the first world war and the second world war, ਇਹ ਕਾਫੀ ਇੰਪੋਰਟੈਂਟ ਹੈ, ਇਹ ਵੀ ਜ਼ਰੂਰ ਕਰਨੀ ਹੈ ਕਿਉਂਕਿ ਅਗਰ ਆਪਾਂ CBSE ਦੀ ਗੱਲ ਕਰੀਏ ਤਾਂ ਕਲਾਸ 9th ਦੇ ਵਿੱਚ ਜੋ ਹੈ ਤੁਹਾਡੀ ਇਹ ਆਉਂਦੀ ਹੈ। ਸੋ ਦਿਸ ਇਜ਼ ਕੁਆਇਟ ਇੰਪੋਰਟੈਂਟ, ਵਰਲਡ ਹਿਸਟਰੀ ਵੀ ਤੁਹਾਨੂੰ ਜ਼ਰੂਰ ਕਰਨੀ ਪਏਗੀ। ਬਾਕੀ ਮੈਂ ਤੁਹਾਨੂੰ ਦੁਬਾਰਾ ਤੋਂ ਦੱਸਦਾ ਕਿ ਜੀ ਇਹ ਸਿਲੇਬਸ ਜੋ ਹੈ ਇਹ ਪੰਜਾਬ ਮਾਸਟਰ ਕੈਡਰ ਦਾ ਸਿਲੇਬਸ ਹੈ, ਬਟ ਆਲਮੋਸਟ ਸੇਮ ਹੋਏਗਾ, ਮਾਈਨਰ ਚੇਂਜਿਸ ਹੀ ਹੋਣਗੇ ਅਗਰ ਜੋ SSC ਵੱਲੋਂ ਸਿਲੇਬਸ ਆਏਗਾ ਉਹਦੇ ਵਿੱਚ ਤੇ ਇਹਦੇ ਵਿੱਚ। ਸੋ ਉਨੀ ਦੇਰ ਤੱਕ ਤੁਸੀਂ ਇਸ ਸਿਲੇਬਸ ਨੂੰ ਫੋਲੋ ਕਰ ਸਕਦੇ ਹੋ, ਸਪੈਸ਼ਲੀ ਜਿਵੇਂ ਜੋ ਸਿਲੇਬਸ ਹੈ ਜਿਓਗ੍ਰਾਫੀ ਦਾ ਅਤੇ ਸਿਵਿਕਸ ਦਾ, ਕਿਉਂਕਿ ਉਹਨਾਂ ਦੇ ਵਿੱਚ ਟੌਪਿਕਸ ਜੋ ਨੇ ਆਲਮੋਸਟ ਸੇਮ ਹੋਣਗੇ। ਕਿਉਂਕਿ ਜਿਵੇਂ ਇਕਨੋਮਿਕਸ ਦੀ ਅਗਰ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ SSA ਜੋ ਹੈ ਇਕਨੋਮਿਕਸ ਨੂੰ ਥੋੜ੍ਹਾ ਜਿਹਾ ਕੰਸਾਈਜ਼ ਕਰਕੇ ਤੁਹਾਨੂੰ ਦੇਵੇ। ਸੋ ਹੋਪ ਕਰਦੇ ਹਾਂ ਕਿ ਜੋ ਸਿਲੇਬਸ ਹੈ ਆਲਮੋਸਟ ਸੇਮ ਹੋਏਗਾ। ਸਟਿਲ ਅਗਰ ਤੁਹਾਨੂੰ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਰੈਸਟ ਆਪਾਂ ਵੇਟ ਕਰਦੇ ਹਾਂ ਕਿ ਕਦੋਂ SSA ਵੱਲੋਂ ਸਿਲੇਬਸ ਅਪਲੋਡ ਕਰ ਦਿੱਤਾ ਜਾਏਗਾ। ਸੋ ਐਜ਼ ਸੂਨ ਐਜ਼ ਦੇ ਵਿਲ ਅਪਲੋਡ ਆਈ ਵਿਲ ਸ਼ੇਅਰ ਦੈਟ ਵਿਦ ਯੂ। ਸੋ ਟਿਲ ਦੈਨ ਬਾਕੀਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ।